ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰ ਅਨੁਰਾਗ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਵਾਹਿਗੁਰੂ ਜੀ ਸੁਣ ਕਰ ਮਨ ਮੈਂ ਕਛੂ ਨ ਆਨੈ
ਨਹਿ ਦਾਸਣ ਸੋ ਬਾਕ ਬਖਾਨੈ। ਕਈ ਹਜ਼ਾਰਨ ਕੋ ਧਨ ਗਇਓ, ਘਰ ਮੈਂ ਨਹੀਂ ਪਦਾਰਥ ਰਹਿਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਸ੍ਰੀ ਗੁਰਪ੍ਰਤਾਪ ਸੂਰਜ ਦੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਕਰ ਮਨ ਮੈਂ ਕਛੂ ਨ ਆਨੈ, ਨਹਿ ਦਾਸਣ ਸੋ ਬਾਕ ਬਖਾਨੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ, ਕਿਉਂਕਿ ਭਾਈ ਰਾਮ ਕੁੰਵਰ ਨੇ ਧੰਨ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਨਾਂ ਦੀ ਇਤਿਹਾਸ ਕਥਾ ਲਿਖਾਉਣੀ ਹੈ। ਇਸ ਤੋਂ ਪਹਿਲਾਂ ਭਾਈ ਰਾਮ ਕੁੰਵਰ ਜੀ, ਉਹਨਾਂ ਦਾ ਸੁਭਾਅ ਕੈਸਾ ਸੀ, ਉਹਨਾਂ ਦੇ ਜੀਵਨ ਵਿੱਚੋਂ ਕੁਝ ਕੌਤੁਕ ਜਿਹੜੇ ਨੇ ਉਹ ਕਵਿਰਾਜ ਜੀ ਵਰਣਨ ਕਰ ਰਹੇ ਨੇ ਕਿ ਜਦੋਂ ਸੇਵਕ ਨੇ ਆ ਕੇ ਦੱਸਿਆ ਹੈ ਕਿ ਭਾਈ ਜੀ ਤੁਰਕ ਸੈਨਾ ਆਈ, ਉਹ ਘਰ ਦੇ ਵਿੱਚੋਂ ਵੱਡੇ ਦੇਗੇ, ਕੜਾਏ, ਬਲਟੋਏ, ਉਹ ਸੋਨਾ, ਰੁਪਈਆ, ਪੈਸਾ, ਜੋ ਵੀ ਕੁਛ ਸੀ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਗਏ। ਗਾਵਾਂ, ਮੱਝਾਂ, ਘੋੜੇ, ਘੋੜੀਆਂ, ਸਾਰੇ ਪਦਾਰਥ ਲੈ ਗਏ ਨੇ। ਕਈ ਹਜ਼ਾਰਨ ਕੋ ਤਨ ਗਇਓ, ਘਰ ਮੈਂ ਨਹੀਂ ਪਦਾਰਥ ਰਹਿਓ। ਕਿ ਭਾਈ ਜੀ ਕਈ ਹਜ਼ਾਰਾਂ ਦਾ ਸਮਾਨ ਹੈ ਜਿਹੜੇ ਤੁਰਕ ਸੈਨਾ ਲੁੱਟ ਕੇ ਲੈ ਗਈ ਹੈ। ਘਰ ਵਿੱਚ ਇਹ ਕਹਿ ਲਈ ਕਿ ਕੁਝ ਵੀ ਨਹੀਂ ਬਚਿਆ, ਸਾਰੇ ਕੁਝ ਲੈ ਗਏ ਨੇ। ਲੈ ਕਰ ਸਗਲ ਤੁਰਕ ਕੀ ਸੈਨਾ, ਜਾਏ ਪਹੁੰਚੀ ਆਪਣੇ ਐਨਾ। ਭਾਈ ਰਾਮ ਕੌਰ ਨੇ ਸੁਣਿਆ ਸਾਰਾ ਕੁਝ, ਪਰ ਬਿਲਕੁਲ ਉਸੇ ਤਰ੍ਹਾਂ ਸਹਿ ਸੁਭਾਅ ਬੈਠੇ ਰਹੇ ਕਿ ਜਿਵੇਂ ਕੁਝ ਹੋਇਆ ਹੀ ਨਹੀਂ। ਸੇਵਕਾਂ ਨੇ ਦੱਸਣਾ ਸੀ, ਦੱਸ ਦਿੱਤਾ। ਉੱਧਰੋਂ ਜਿਹੜੀ ਸੈਨਾ ਹੈ ਉਹ ਸਾਰਾ ਸਮਾਨ ਲੈ ਕੇ ਲਾਹੌਰ ਆਪੋ ਆਪਣੇ ਘਰਾਂ 'ਚ ਪਹੁੰਚ ਗਈ। ਲਾਹਪੁਰ ਕੋ ਸੂਬਾ ਇੱਕ ਹੁਤੋ, ਸੋ ਜਾਣਦ ਸਭ ਬਿਦ ਇਨ ਮਤੋ। ਲਾਹੌਰ ਦਾ ਇੱਕ ਸੂਬਾ ਸੀ, ਸੂਬੇਦਾਰ, ਉਹ ਭਾਈ ਰਾਮ ਕੁੰਵਰ ਦੇ ਬਾਰੇ ਬੜਾ ਕੁਝ ਜਾਣਦਾ ਸੀ। ਸਾਰਾ ਕੁਝ ਤੇ ਨਹੀਂ, ਪਰ ਬਹੁਤ ਕੁਝ ਜਾਣਦਾ ਸੀ ਕਿ ਉਹ ਬ੍ਰਹਮ ਗਿਆਨੀ ਨੇ। ਉਹ ਜਾਣਦਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਨੇ ਜੋ ਕੁਝ ਮੁਖ ਤੋਂ ਬੋਲਦੇ ਨੇ, ਉਹਨਾਂ ਦਾ ਬੋਲਿਆ ਹੋਇਆ ਬਿਲਕੁਲ ਉਸੇ ਤਰ੍ਹਾਂ ਸੱਚ ਹੁੰਦਾ ਹੈ। ਔਰ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਤੁਰਕ ਸੈਨਾ ਜਿਹੜੀ ਇੱਥੋਂ ਦੀ ਬਾਬਾ ਭਾਈ ਰਾਮ ਕੁੰਵਰ ਦੇ ਘਰੋਂ ਵੀ ਸਾਰਾ ਕੁਝ ਲੁੱਟ ਲਿਆਈ ਹੈ। ਮਹਿਮਾ ਮਹਾ ਪਛਾਨੈ ਸੋਏ, ਸੁਖ ਦੁੱਖ ਮੈਂ ਇੱਕ ਰਸ ਨਿਤ ਹੋਏ। ਉਹ ਸੂਬੇਦਾਰ ਜਾਣਦਾ ਸੀ ਭਾਈ ਸਾਹਿਬ ਜੀ ਦੀ ਮਹਿਮਾ ਨੂੰ, ਕਿ ਉਹਨਾਂ ਦੇ ਕੋਲ ਤੇ ਸੁੱਖ ਆ ਜੇ, ਦੁੱਖ ਆ ਜੇ, ਸੋਨਾ ਆ ਜੇ, ਮਿੱਟੀ ਆ ਜੇ, ਉਹ ਇੱਕੋ ਹੀ ਰਸ ਵਿੱਚ ਰਹਿੰਦੇ ਨੇ, ਉਹਨਾਂ ਨੂੰ ਪਰਵਾਹ ਨਹੀਂ ਹੁੰਦੀ। ਹਰਖ ਸੋਗ ਨ ਹੈ ਜਨ ਕੇ ਲੇਸ਼, ਇਨ ਕੋ ਲਖੇ ਮਹਾਂ ਦਰਵੇਸ਼। ਉਹ ਸੂਬੇਦਾਰ ਇਹ ਜਾਣਦਾ ਸੀ ਕਿ ਭਾਈ ਸਾਹਿਬ ਇਸ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਂਦੇ ਨੇ ਕਿ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ,
ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਉਹ ਤੇ ਹਰ ਇੱਕ ਸੋਗ ਸੋਨਾ ਮਿੱਟੀ ਕੁਝ ਜਾਣਦੇ ਨੇ। ਉਹ ਇੱਕ ਦਰਵੇਸ਼ ਨੇ, ਪੁੱਜੇ ਹੋਏ ਬ੍ਰਹਮ ਗਿਆਨੀ ਨੇ, ਤੇ ਇਹਨਾਂ ਗੱਲਾਂ ਦਾ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਇਹ ਸੁਧ ਪਹੁੰਚੀ ਤਿਸ ਕੇ ਪਾਸ, ਲੀਏ ਲੂਟ ਰਮਦਾਸ ਆਵਾਸ। ਕਹਿੰਦੇ ਇਹ ਖਬਰ ਜਿਹੜੀ ਉਸ ਸੂਬੇਦਾਰ ਕੋਲ ਵੀ ਪਹੁੰਚੀ ਕਿ ਤੁਰਕਾਂ ਨੇ ਰਮਦਾਸ ਪਿੰਡ ਤੇ ਲੁੱਟਿਆ ਹੀ ਹੈ। ਔਰ ਰਮਦਾਸ ਪਿੰਡ ਵਿੱਚੋਂ ਭਾਈ ਰਾਮ ਕੁਇਰ ਦੇ ਘਰ ਵਿੱਚ ਵੀ ਇਹਨਾਂ ਨੇ ਲੁੱਟ ਮਾਰੀ, ਉੱਤੋਂ ਸਾਰਾ ਕੁਛ ਲੁੱਟ ਲਿਆ ਇਹਨੇ। ਤਤ ਸੈਨ ਅਸ ਅਰੂੜ ਕਰ ਆਵਾ, ਲਵਪੁਰ ਤੇ ਤੂਰਣ ਹੀ ਧਾਵਾ। ਕਹਿੰਦੇ ਸੂਬੇਦਾਰ ਨੂੰ ਜਦੋਂ ਹੀ ਖਬਰ ਮਿਲੀ ਉਸੇ ਵੇਲੇ ਘੋੜਾ ਲਿਆ, ਘੋੜੇ ਤੇ ਸਵਾਰ ਹੋਇਆ, ਲਵਪੁਰ ਤੋਂ ਚੱਲ ਪਿਆ। ਧੰਨ ਬਾਬਾ ਭਾਈ ਰਾਮ ਕੁਇਰ ਜੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਵੇਖਣ ਵਾਸਤੇ ਆਏ ਕਿ ਕੁਛ ਲੁੱਟ ਕੇ ਲੈ ਗਏ ਨੇ। ਕਛੁਕ ਸੈਨ ਆਈ ਜਿਹ ਸਾਥ, ਬਹੁਤ ਬਸੂਰਤ ਸੁਣ ਕਰ ਗਾਥ। ਕਿਉਂਕਿ ਸੂਬੇਦਾਰ ਸੀ ਔਰ ਇਹ ਸੁਭਾਵਕ ਸੀ ਕਿ ਇਕੱਲਾ ਨਹੀਂ ਜਾਂਦਾ, ਨਾਲ ਕੁਝ ਨਾ ਕੁਝ ਸੈਨਾ ਵੀ ਨਾਲ ਆ ਗਈ। ਇਹ ਵਾਰਤਾ ਸੁਣ ਕੇ ਲੋਕ ਫਿਰ ਦੁਖੀ ਹੋਏ। ਜਿੱਥੇ ਸੂਬੇਦਾਰ ਇਸ ਕਰਕੇ ਦੁਖੀ ਕਿ ਸਾਡੀ ਸੈਨਾ ਚੁੱਕ ਲਿਆਈ ਇਹ ਸਮਾਨ, ਉੱਥੇ ਰਮਦਾਸ ਪਿੰਡ ਜਦੋਂ ਪਹੁੰਚੇ ਨੇ, ਪਿੰਡ ਦੇ ਲੋਕ ਵੇਖ ਕੇ ਕਿ ਇਹ ਹੁਣੇ ਗਏ ਸੀ, ਸੈਨਾ ਫਿਰ ਆ ਗਈ ਹੈ, ਸਾਰਾ ਕੁਝ ਤੇ ਲੁੱਟ ਕੇ ਲੈ ਗਏ ਨੇ। ਰਮਦਾਸ ਕੇ ਪਹੁੰਚਿਓ ਗ੍ਰਾਮ, ਨਗਨ ਪੈਰ ਹੋਏ ਪ੍ਰਵਿਸਿਓ ਧਾਮ। ਪਰ ਇਹ ਲਾਹੌਰ ਦਾ ਸੂਬੇਦਾਰ ਜਦੋਂ ਰਮਦਾਸ ਪਿੰਡ ਵਿੱਚ ਪਹੁੰਚਿਆ, ਭਾਈ ਰਾਮ ਕੁਇਰ ਦੇ ਘਰ ਦੇ ਬਾਹਰ ਘੋੜੀ ਤੋਂ ਥੱਲੇ ਉਤਰਿਆ, ਇਕੱਲਾ ਘੋੜੀ ਤੋਂ ਹੀ ਨਹੀਂ। ਕਹਿੰਦੇ ਰਮਦਾਸ ਕੇ ਪਹੁੰਚਿਓ ਗ੍ਰਾਮ, ਨਗਨ ਪੈਰ ਹੋਏ। ਘੋੜੇ ਤੋਂ ਉਤਰਿਆ, ਪੈਰਾਂ ਦੇ ਵਿੱਚੋਂ ਜੋੜੇ ਵੀ ਕੱਢ ਦਿੱਤੇ, ਨੰਗੇ ਪੈਰ ਹੋ ਕੇ ਭਾਈ ਰਾਮ ਕੁਇਰ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਬੈਠੇ ਰਾਮ ਕੁਇਰ ਟਿਕ ਗਇਓ, ਹਾਥ ਜੋੜ ਨੰਬਰੇ ਬਹੁ ਭਇਓ। ਤੇ ਭਾਈ ਰਾਮ ਕੁਇਰ ਜੀ ਉਸੇ ਤਰ੍ਹਾਂ ਸਹਿ ਸੁਭਾਅ ਐਨ ਰਸ ਵਿੱਚ ਬੈਠੇ ਹੋਏ ਸਨ। ਉਹਨਾਂ ਦੇ ਕੋਲ ਗਿਆ, ਬੜਾ ਮਸਕੀਨ ਜਿਹਾ ਹੋ ਕੇ, ਦੇਣ ਜਿਹਾ ਹੋ ਕੇ ਜਾ ਕੇ ਹੱਥ ਜੋੜ ਕੇ ਨਮਸਕਾਰ ਕੀਤੀ। ਚਰਨ ਸਪਰਸ਼ਨ ਕਰ ਕਰ ਸੰਗ, ਬੰਧਨ ਕੀਨ ਤਰਸਤ ਮਨ ਭੰਗ। ਇਸ ਸੂਬੇਦਾਰ ਨੇ ਭਾਈ ਰਾਮ ਕੁਇਰ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਮੱਥਾ ਟੇਕਿਆ, ਚਰਨਾਂ ਨੂੰ ਸਪਰਸ਼ ਕੀਤਾ, ਪੈਰਾਂ ਦੇ ਨਾਲ ਚਰਨਾਂ ਨੂੰ ਚੁੰਮਿਆ ਔਰ ਨੇੜੇ ਬੈਠਦਾ ਹੈ ਡਰ ਡਰ ਕੇ ਨਮਸਕਾਰ ਕੀਤੀ। ਮੁਖ ਤੇ ਸਰਾਪ ਦੇਹ ਕਛ ਨਾਹੀ, ਖਰਿਓ ਰਹਿਓ ਡਰ ਧਰ ਉਰ ਮਾਹੀ। ਨਮਸਕਾਰ ਕੀਤੇ, ਮੱਥਾ ਟੇਕਿਆ, ਪਰ ਇੱਕ ਡਰ ਸੀ ਕਿ ਇਹ ਮੁਖ ਤੋਂ ਕੋਈ ਬੋਲ ਨਾ ਕਹਿ ਦੇਣ, ਤੇ ਜੇ ਬੋਲ ਸਾਡੇ ਅਨੁਕੂਲ ਨਾ ਹੋਏ, ਉਹ ਸਾਡੇ ਲਈ ਸਰਾਪ ਬਣ ਜਾਣਾ ਹੈ। ਡਰਦੇ ਡਰਦੇ ਨੇ ਨਮਸਕਾਰ ਕੀਤੇ, ਹੱਥ ਜੋੜ ਕੇ ਸਾਹਮਣੇ ਖਲੋ ਗਿਆ। ਸਹਿਜ ਸੁਭਾਏ ਰਹੇ ਸੋ ਬੈਸੇ, ਤਿਸ ਕੋ ਬਾਖ ਨਾ ਭਾਖਿਓ ਕੈਸੇ। ਪਰ ਭਾਈ ਰਾਮ ਕੁਇਰ ਜੀ ਉਸੇ ਤਰ੍ਹਾਂ ਸਹਿਜ ਸੁਭਾਅ ਬੈਠੇ ਰਹੇ, ਉਹਨਾਂ ਧਿਆਨ ਹੀ ਨਹੀਂ ਕੀਤਾ ਕੌਣ ਆਇਆ ਤੇ ਕਿਹਨੇ ਨਮਸਕਾਰ ਕੀਤੀ, ਸੂਬੇਦਾਰ ਕਿ ਕੋਈ ਹੋਰ ਹੈ। ਭਾਈ ਰਾਮ ਕੁਇਰ ਜੀ ਉਸੇ ਤਰ੍ਹਾਂ ਬੈਠੇ ਨੇ, ਕਿਸੇ ਤਰ੍ਹਾਂ ਦਾ ਕੋਈ ਬਚਨ ਨਹੀਂ ਕੀਤਾ। ਜਬੇ ਖਾਣ ਜਾਣੇ ਮਨ ਮਾਹੇ, ਬਿਨਾ ਬੁਲਾਏ ਬੋਲੇ ਨਾਹੇ। ਤੇ ਜਦੋਂ ਸੂਬੇਦਾਰ ਨੇ ਇਹ ਸਮਝਿਆ, ਜਾਣਦਾ ਸੀ ਸੁਭਾਅ ਨੂੰ ਕਿ ਜਦੋਂ ਤੱਕ ਭਾਈ ਸਾਹਿਬ ਨੂੰ ਬੁਲਾਇਆ ਨਾ, ਇਹਨਾਂ ਨੇ ਬੋਲਣਾ ਕੁਝ ਨਹੀਂ, ਬਚਨ ਕੋਈ ਨਹੀਂ ਕਰਨਾ, ਪਹਿਲਾਂ ਬੁਲਾਉਣਾ ਹੀ ਪੈਣਾ ਹੈ। ਤੇ ਫਿਰ ਵੀ ਆਪਣੀ ਮਰਜ਼ੀ ਦੇ ਮਾਲਕ ਨੇ ਬੋਲਣ ਤੋਂ ਬਾਅਦ ਵੀ ਕੋਈ ਜਵਾਬ ਦੇਣ ਕਿ ਨਾ। ਬਹੁਤ ਦੇਣਤਾ ਸਾਤ ਬਖਾਨੀ, ਮੋਹੇ ਬੇਖਬਰੇ ਤੇ ਕ੍ਰਿਤ ਠਾਨੀ। ਇਹ ਸੂਬੇਦਾਰ ਨੇ ਹੱਥ ਜੋੜੇ ਨੇ ਔਰ ਡਰਦਾ ਫਿਰ ਬੋਲਿਆ ਕਿ ਭਾਈ ਜੀ, ਬੜਾ ਦੇਣ ਹੋ ਕੇ ਬੇਨਤੀ ਕਰਦਾ ਹੈ ਕਿ ਭਾਈ ਜੀ, ਮੋਹੇ ਬੇਖਬਰੇ ਤੇ ਕ੍ਰਿਤ ਠਾਨੀ, ਮੈਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਸੀ, ਜਿਹੜੀ ਕਿਰਤ ਜਿਹੜਾ ਕੰਮ ਸਾਡੇ ਇਹਨਾਂ ਲਾਹੌਰ ਦੇ ਤੁਰਕ ਸੈਨਿਕਾਂ ਨੇ ਕੀਤਾ ਹੈ।
ਭਈ ਅਵਗਿਆ ਅਦਕ ਤੁਮਾਰੀ, ਤੁਰਕ ਅਜਾਣਨਾ ਕੀਨ ਚਿਨਾਰੀ। ਤੇ ਭਾਈ ਜੇ ਤੁਹਾਡੀ ਅਵਗਿਆ ਤੇ ਬੜੀ ਹੋਈ ਹੈ, ਸਾਡੇ ਸੈਨਿਕਾਂ ਨੇ ਬੜੀ ਅਵਗਿਆ ਕੀਤੀ, ਕੁਰ ਇਹ ਮੂਰਖ ਸਨ, ਆਪ ਜੀ ਦੀ ਮਹਿਮਾ ਨੂੰ ਬਿਲਕੁਲ ਨਹੀਂ ਸਨ ਜਾਣਦੇ। ਇਹਨਾਂ ਨੇ ਇਹ ਪਛਾਣ ਹੀ ਨਹੀਂ ਕੀਤੀ ਕਿ ਆਪ ਜੀ ਦਾ ਘਰ ਹੈ। ਮਿਲ ਮੂਰਖ ਇਕੱਠੇ ਹੋਏ ਆਏ, ਜਿਹਨੂੰ ਅਖਾਜ ਖਾਜ ਲੱਖ ਪਾਏ। ਭਾਈ ਜੀ ਇਹ ਸਾਰੇ ਮੂਰਖਾਂ ਦਾ ਟੋਲਾ ਇਕੱਠਾ ਹੋ ਕੇ ਇੱਧਰ ਨੂੰ ਆ ਗਿਆ ਕਿ ਜਿਨ੍ਹਾਂ ਨੂੰ ਮਾੜੇ ਚੰਗੇ ਤੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਪਛਾਣ ਹੀ ਨਹੀਂ। ਇਹਨਾਂ ਨੇ ਆਪ ਜੀ ਬਾਰੇ ਵੀ ਨਹੀਂ ਕੁਝ ਜਾਣਿਆ। ਲੂਟੇ ਗ੍ਰਾਮਰੋ ਧਾਮ ਤੁਮਾਰੇ, ਸਭ ਸਜਾਏ ਕੇ ਉਚਿਤ ਵਿਚਾਰੇ। ਭਾਈ ਜੀ ਇਹਨਾਂ ਤੁਹਾਡਾ ਸਾਰਾ ਪਿੰਡ ਲੁੱਟ ਲਿਆ ਹੈ, ਪਿੰਡ ਤੇ ਲੁੱਟਿਆ, ਤੁਹਾਡਾ ਘਰ ਵੀ ਲੁੱਟ ਲਿਆ ਹੈ। ਔਰ ਜਿੰਨੇ ਇਹਨਾਂ ਨੇ ਅਵਗਿਆ ਕੀਤੀ ਸਾਰੇ ਦੇ ਸਾਰੇ ਸਜ਼ਾ ਦੇ ਹੱਕਦਾਰ ਨੇ। ਆਪ ਕਿਰਪਾ ਕਰਕੇ ਫੁਰਮਾਵੋ, ਗਏ ਵਸਤੂ ਜੋ ਸਗਲ ਬਤਾਵੋ। ਇਹ ਸੂਬੇਦਾਰ ਕਹਿੰਦਾ ਕਿ ਭਾਈ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਦੱਸੋ ਘਰ ਦੇ ਵਿੱਚ ਵੇਖੋ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇਹ ਲੈ ਗਏ ਨੇ, ਔਰ ਜੋ ਕੁਝ ਲੈ ਗਏ ਨੇ ਉਹ ਸਾਨੂੰ ਦੱਸੋ, ਅਸੀਂ ਸਾਰੀਆਂ ਵਾਪਸ ਕਰਾਵਾਂਗੇ। ਕਰ ਕਰ ਕੈਦ ਸਭਨ ਕੋ ਲੇਵੋ, ਜੋ ਕੁਛ ਗਏ ਕਹੋ ਸੋ ਦੇਵੋ। ਭਾਈ ਜੀ ਤੁਸੀਂ ਇੱਕ ਵਾਰੀ ਦੱਸ ਦਿਓ, ਬਸ ਮੁੱਖ ਤੋਂ ਕਹਿ ਦਿਓ ਕਿ ਇਹ ਕੁਛ ਲੈ ਗਏ ਨੇ, ਫਿਰ ਮੈਂ ਜਾਣਾ ਤਾਂ ਉਹ ਤੁਰਕ ਜਾਣ, ਉਹਨਾਂ ਨੂੰ ਫੜ ਫੜ ਕੇ ਸਜ਼ਾਵਾਂ ਵੀ ਦਿਆਂਗਾ, ਔਰ ਤੁਹਾਡੀ ਇਕੱਲੀ ਇਕੱਲੀ ਚੀਜ਼ ਵੀ ਵਾਪਸ ਮੁੜਾਵਾਂਗਾ। ਆਪਣੇ ਸ਼ਰਨ ਪਰਿਓ ਮੁਝ ਜਾਨ, क्षमा करो अपराध महान। सूबेदार ने फिर पैर फड़ लए, चरण फड़ के कहता कि भाई जी मैं हुण तुहाडी शरण विच आ गया, कृपा करके मैनू क्षमा कर दिओ। तुसीं एक बारी बस निशानी दस दिओ की कुछ गया, मुख तो बोल के कह दिओ। सुने खान के बाक सुकान, देन मना ज्यों करत बखान। जब भाई जी ने उस खान दे निमरता भरे मन वाले शब्द बोल सुने तो भाई रामकुर ने सुने तो ध्यान दे नाल। उच्चो मुखकार नैन उघारे, पिखे तुरक गान खरे अगारे। क्योंकि भाई जी ने इस तो पहलू वेख्या भी नहीं कि यह किहड़ा कोई सूबेदार कौन बोल रहा है। जदों ये बोल के भाई साहब ने कहते अपनी अखां दे नाल अखां दे परबट्टियां तो जिहड़े वाल सन लंबे सन, वो भी कई बार हथ नाल हटाने पैंदे सन तां नेत्र खुलदे सन। हट्ठां तो परबट्टियां दे हथ रख के भाई साहब ने उत्ते देखिया सूबेदार बने कि बहुत सारे पिछे ते तुरक सैनिक भी खड़े हुए ने। बरिंद तुरंग मतंगण बाहर, उठत शब्द सुनियत गन जाहर। ते बाहर वेड़े दे बाहर घर दे बाहर जेडे बहुत सारे हाथी घोड़े भी खड़े ने, उच्ची उच्ची आवाज़ में हाथी जेडे हिणकते हुए सुनाई भी दिंदे ने। खान दिशा अवलोकन किन्ना, बोलियो राम कुएर पर बिना। भाई राम कुएर जी ने इस खान वाले चंगी तरह देखा तो फिर नाले बचन कहे, हमरो कशु ना कित दे गयो, तुम कैसे बूझत क्या थयो। भाई रामकुर जी कहते हैं साडा तो कुछ भी नहीं गया, साडा तो कितों भी कुछ नहीं गया, भी तू सानू की पुछने की कुछ साडा चला गया है। ज्ञान अरूढ़ वृत को जान, पुण बोलियो नवपुर पत खान। सूबेदार ने जो लाहौर के सूबेदार ने यह वेख्या सुनिया महसूस किया कि ये तो ज्ञान की अवस्था में बोलते हैं, ये तो उस ढंग नाल बोलते हैं जिहड़ा बाबा कबीर जी कह के गए ने कि कबीर मेरा मुझ में किश नहीं जो किश है सो तेरा, तेरा तुझको सौंप दे क्या लागे मेरा। जे मेरा कुछ है ही नहीं तो फिर गया कित्थे है, साडा कुछ है ही नहीं तो साडा कोई लै के जाएगा।
ਔਰ ਇਹ ਗੱਲ ਦੇਖੋ ਉਹੀ ਕਹਿ ਸਕਦਾ ਜਿਹਨੂੰ ਇਹ ਬ੍ਰਹਮ ਦਾ ਗਿਆਨ ਹੈ, ਜਿਹੜਾ ਕੇਵਲ ਸਾਡੇ ਤਰ੍ਹਾਂ ਪੜ੍ਹਦਾ ਸੁਣਦਾ ਨਹੀਂ, ਇਸ ਚੀਜ਼ ਨੂੰ ਮੰਨਦਾ ਵੀ ਹੈ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਣਾ। ਇੱਥੋਂ ਤੱਕ ਇਹ ਜਿਹੜਾ ਰੂਪ ਸੋਹਣਾ ਹੈ, ਇਹ ਸਰੀਰ ਹੈ, ਇਹ ਕੱਪੜੇ ਨੇ, ਇਹ ਵੀ ਸਾਡੇ ਆਪਣੇ ਨੇ। ਹੁਣ ਬਾਬਾ ਜੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਤੇ ਇਸ ਅਵਸਥਾ ਦੇ ਮਾਲਕ ਨੇ, ਤਾਂ ਬੋਲ ਰਹੇ ਨੇ ਵੀ ਸਾਡਾ ਕਿਹੜਾ ਹੈ, ਕਿਤੋਂ ਕੁਝ ਨਹੀਂ, ਸਾਡਾ ਤੇ ਪਈ ਗਿਆ। ਤੁਰਕ ਸੈਨ ਜਬ ਚੜ ਕਰ ਆਏ, ਵਸਤ ਤੁਮਾਰ ਲੁੱਟੀ ਸਮੁਦਾਈ। ਤੇ ਲਾਹੌਰ ਦਾ ਸੂਬੇਦਾਰ ਕਹਿੰਦਾ ਭਾਈ ਸਾਹਿਬ ਜੀ ਮੈਂ ਉਹ ਗੱਲ ਕਰ ਰਿਹਾ ਜਦੋਂ ਲਾਹੌਰ ਤੋਂ ਤੁਰਕਾਂ ਦੀ ਸੈਨਾ ਚੜ੍ਹ ਕੇ ਆਈ ਤੇ ਆਪ ਜੀ ਦੇ ਘਰ ਵਿੱਚੋਂ ਵੀ ਉਹਨਾਂ ਨੇ ਸਾਰਾ ਕੁਝ ਇੱਥੋਂ ਲੁੱਟ ਕੇ ਲੈ ਗਏ ਨੇ। ਵੱਡੇ ਵੱਡੇ ਕੜਾਏ ਦੇਗੇ, ਸੋਨਾ ਰੁਪਈਆ ਪੈਸੋ, ਸੁਣਿਆ ਕਿ ਸਾਰਾ ਕੁਝ ਹੀ ਲੈ ਗਏ ਨੇ। ਸੋ ਸਗਰੇ ਮੁਝ ਦੇਹੋ ਬਤਾਏ, ਤਿਣ ਤੇ ਲੈ ਦੇਵੋ ਪਹੁੰਚਾਏ। ਭਾਈ ਜੀ ਮੈਂ ਤਾਂ ਉਸ ਦੀ ਗੱਲ ਕਰ ਰਿਹਾ, ਉਹ ਚੀਜ਼ਾਂ ਜਿਹੜੀਆਂ ਨੇ ਮੇਰੇ ਉੱਤੇ ਨਿਸ਼ਾਨੀ ਕਰਕੇ ਦੱਸ ਦਿਓ, ਬਸ ਬੋਲ ਕੇ ਦੱਸ ਦਿਓ ਕਿ ਇੰਨਾ ਕੁਛ ਲੈ ਗਏ ਨੇ, ਇਹ ਕੁਛ ਲੈ ਗਏ ਨੇ, ਉਹ ਸਾਰਾ ਕੁਛ ਮੈਂ ਆਪ ਇੱਥੇ ਛੱਡ ਕੇ ਜਾਵਾਂਗਾ। ਰਾਵਰ ਮਹਿਮਾ ਤੇ ਅਣਜਾਨ, ਕਰੇ ਅਵਗਿਆ ਮੂੜ ਮਹਾਨ। ਸੂਬੇਦਾਰ ਡਰਿਆ ਹੋਇਆ ਫਿਰ ਹੱਥ ਜੋੜ ਕੇ ਕਹਿੰਦਾ ਕਿ ਹਜੂਰ, ਇਹ ਸੈਨਿਕ ਤੁਰਕ ਸੈਨਿਕ ਤੁਹਾਡੀ ਮਹਿਮਾ ਤੋਂ ਅਣਜਾਣ ਸਨ, ਇਹਨਾਂ ਤੋਂ ਬੜੀ ਵੱਡੀ ਅਵਗਿਆ ਹੋ ਗਈ, ਬੜੀ ਵੱਡੀ ਭੁੱਲ ਹੋ ਗਈ, ਭੁੱਲ ਕੇ ਦਾ ਪਾਪ ਹੋ ਗਿਆ ਹੈ। ਕਿਰਪਾ ਕਰਕੇ ਇਸ ਲਈ ਮੈਨੂੰ ਬਖਸ਼ੋ ਤੇ ਦੱਸੋ ਕੀ ਕੀ ਹੈ। ਪੜਤ ਖਾਣ ਕੇ ਇਸ ਬਿਦ ਬੈਣ, ਬਾਜਣ ਕੇ ਦਿਸ ਥੇ ਤਬ ਨੈਣ। ਕਹਿੰਦੇ ਜਦੋਂ ਖਾਨ ਨੇ ਇਸ ਤਰ੍ਹਾਂ ਕਿਹਾ ਕਿ ਤੁਰਕ ਮੇਰਾ ਤੁਹਾਡਾ ਸਾਰਾ ਕੁਝ ਲੈ ਗਏ ਨੇ, ਤੇ ਭਾਈ ਸਾਹਿਬ ਦੀਆਂ ਅੱਖਾਂ ਉਦੋਂ ਸਾਹਮਣੇ ਬਾਜ ਬੈਠੇ ਹੁੰਦੇ ਸਨ, ਉਹ ਬਾਜ ਦਾ ਜਿਹੜਾ ਖੱਡਾ ਸੀ ਜਿੱਥੇ ਬਾਜ ਬੈਠਦੇ ਸਨ, ਨਿਗਾਹ ਬਸ ਉਧਰ ਹੀ ਗਈ ਸਾਹਮਣੇ। ਤਿਨ ਕਹੋ ਦੇਖਤ ਬਾਕ ਬਖਾਨਾ, ਹਮਰੇ ਬਾਜ ਹੁਤੇ ਇਸ ਥਾਨਾ। ਸਤਿਗੁਰੂ ਕਹਿੰਦੇ ਨੇ ਭਾਈ ਸੂਬੇਦਾਰ, ਇਹ ਸਾਹਮਣੇ ਸਾਡੇ ਬਾਜ ਹੁੰਦੇ ਸਨ, ਇੱਥੇ ਬੈਠੇ ਹੁੰਦੇ ਸਨ ਸਾਹਮਣੇ। ਲੈ ਗਮਨਤ ਨਿਤ ਕੋ ਦੇਖਤ ਬਾਕ ਬਖਾਨਾ, ਹਮਰੇ ਬਾਜ ਹੁਤੇ ਇਸ ਥਾਨਾ। ਲੈ ਗਮਨਤ ਨਿਤ ਬ੍ਰਿਤ ਅਖੇਰੀ, ਇਨਕੇ ਰੇਸ਼ਮ ਡੋਰ ਲੰਮੇਰੀ। ਭਾਈ ਰਾਮ ਕੌਰ ਜੀ ਕਹਿੰਦੇ ਨੇ ਭਾਈ ਅਸੀਂ ਇਹਨਾਂ ਨੂੰ ਕਦੇ ਕਦੇ ਚਿੱਤ ਵਿੱਚ ਆਉਂਦਾ ਸੀ, ਸ਼ਿਕਾਰ ਖੇਡਣ ਜਾਂਦੇ ਸਾਂ, ਬਾਜ ਨਾਲ ਲੈ ਕੇ ਜਾਂਦੇ ਸਾਂ। ਇਹਨਾਂ ਦੀਆਂ ਰੇਸ਼ਮ ਦੀਆਂ ਡੋਰਾਂ ਸਨ ਤੇ ਡੋਰਾਂ ਬੜੀਆਂ ਲੰਮੀਆਂ ਲੰਮੀਆਂ ਸਨ, ਉਹ ਸਾਹਮਣੇ ਬਾਜ ਨਹੀਂ ਨਜ਼ਰ ਆਉਂਦੇ, ਡੋਰਾਂ ਨਹੀਂ ਨਜ਼ਰ ਆਉਂਦੀਆਂ। ਅੱਡੇ ਇਨ ਬੈਠਣ ਕੇ ਜੋਏ, ਸੋ ਲੁੱਟ ਗਏ ਨਾ ਦੇਖਤ ਕੋਏ। ਭਾਈ ਸਾਹਿਬ ਜੀ ਕਹਿੰਦੇ ਨੇ ਜਿੱਥੇ ਆ ਕੇ ਬੈਠਦੇ ਹੁੰਦੇ ਸਨ ਉਹ ਅੱਡੇ ਨਹੀਂ ਨਜ਼ਰ ਆ ਰਹੇ, ਸਾਨੂੰ ਲੱਗਦਾ ਕਿ ਸ਼ਾਇਦ ਉਹ ਅੱਡੇ ਚੋਰੀ ਹੋ ਗਏ ਨੇ, ਉਹ ਲੈ ਗਏ ਹੋਣਗੇ। ਆਡੇ ਡੋਰਾਂ ਦੇਹੋ ਮੰਗਾਏ, ਜੇ ਤੁਮਰੇ ਕਹਿਬੇ ਮਹਿ ਆਏ। ਭਾਈ ਰਾਮ ਕੌਰ ਜੀ ਕਹਿੰਦੇ ਨੇ ਬਸ ਜੇ ਤੁਹਾਡੇ ਕਹਿਣ ਕਰਕੇ ਆ ਸਕਦੇ ਨੇ ਤੇ ਸੂਬੇਦਾਰ ਜੀ ਉਹ ਅੱਡੇ ਤੇ ਸਾਡੀ ਡੋਰਾਂ ਮੰਗਵਾ ਦਿਓ। ਹੋਰ ਘਰ ਦੇ ਵਿੱਚੋਂ ਹਜ਼ਾਰਾਂ ਦਾ ਸਮਾਨ ਗਿਆ ਹੈ, ਬਸ ਕੋਈ ਪਰਵਾਹ ਨਹੀਂ, ਜਿਹੜਾ ਸਾਹਮਣੇ ਹੈ ਨਜ਼ਰ ਆ ਗਿਆ, ਕਹਿ ਦਿੱਤਾ ਬਸ ਇਹ ਅੱਡੇ ਤੇ ਇਹਨਾਂ ਦੀ ਜਿਹੜਾ ਡੋਰਾਂ ਨੇ, ਜੇ ਤੁਹਾਨੂੰ ਕਿਤੇ ਤੁਹਾਡੇ ਕਹਿਣ ਤੇ ਮਿਲ ਸਕਦੀ ਨੇ ਤਾਂ ਉਹ ਮੰਗਾ ਦਿਓ। ਸੁਣਤ ਖਾਨ ਬਿਕਸਿਓ ਬਿਸਮਾਇਓ, ਦੇਖੋ ਕਸ ਮਨ ਕਸ ਨਹਿ ਲੈ ਆਇਓ। ਇਹ ਸੁਣ ਕੇ ਸੂਬੇਦਾਰ ਖੁਸ਼ ਬੜਾ ਹੋਇਆ ਔਰ ਨਾਲ ਹੀ ਉਨਾ ਹੀ ਜ਼ਿਆਦਾ ਹੈਰਾਨ ਵੀ ਹੋਇਆ ਕਿ ਦੇਖੋ ਕੈਸੇ ਗਿਆਨ ਦੇ ਮਾਲਕ ਨੇ, ਕਿ ਇਹ ਤਾਂ ਮਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਲਿਆਈ ਨਹੀਂ ਕਿ ਸਾਡੇ ਕੋਲੋਂ ਇਹ ਚੋਰੀ ਹੋ ਗਈ, ਇੰਨਾ ਕੁਛ ਗਿਆ। ਦੇਖੋ ਛੋਟੀ ਜਿਹੀ ਚੀਜ਼ ਚੋਰੀ ਹੋ ਜਾਏ ਤੇ ਅਕਸਰ ਆਪਾਂ ਲੋਕ ਜਾਂਦੇ ਪੁਲਿਸ ਵਿੱਚ ਸ਼ਿਕਾਇਤ ਕਰਾਈਏ, ਭਾਵੇਂ ਮਿਲੇ ਕਿ ਨਾ ਮਿਲੇ, ਪਰ ਆਪਣੇ ਵੱਲੋਂ ਯਤਨ ਬੰਦਾ ਕਰਦਾ ਹੀ ਹੈ। ਇੱਥੇ ਕਹੀਏ ਕਿ ਉਹ ਪੁਲਿਸ ਜਿੰਦੇ ਸਾਰੇ ਅੰਡਰ ਦੇ ਵਿੱਚ ਹੈ, ਅੱਜ ਦਾ ਕਮਿਸ਼ਨਰ ਕਹਿ ਲਈਏ,
ਅੱਜ ਦਾ ਮੁੱਖ ਮੰਤਰੀ ਕਹਿ ਲਈਏ, ਉਹ ਆਪ ਚੱਲ ਕੇ ਆਇਆ ਕਿ ਤੁਸੀਂ ਦੱਸੋ ਕੀ ਗਿਆ ਹੈ। ਪਰ ਭਾਈ ਰਾਮ ਕੌਰ ਜੀ ਕਹਿੰਦੇ ਨੇ ਬਸ ਉਹ ਅੱਡੇ ਮੰਗਾ ਦੇ, ਡੋਰਾ ਮੰਗਾ ਦੇ। ਇਹ ਵੇਖ ਕੇ ਉਹ ਜਿਹੜਾ ਸੂਬੇਦਾਰ ਬੜਾ ਪ੍ਰਸੰਨ ਹੋਇਆ ਕਿ ਇਹਨਾਂ ਮਨ ਵਿੱਚ ਕੁਛ ਲਿਆਉਂਦੇ ਹੀ ਨਹੀਂ। ਲਾਖੋਂ ਕਾ ਧਨ ਕਰਤੇ ਗਇਓ, ਹਿਰਦੇ ਵਿਕਾਰ ਨਾ ਤਿਸਤੇ ਭਇਓ। ਸੂਬੇਦਾਰ ਵਿਚਾਰ ਕਰ ਰਿਹਾ ਕਿ ਇਹਨਾਂ ਦੇ ਘਰੋਂ ਜਿੰਨਾ ਕੁਝ ਸੁਣਿਆ ਉਹ ਤੋਂ ਲੱਖਾਂ ਦੇ ਹਿਸਾਬ ਦਾ ਲੁੱਟ ਕੇ ਲੈ ਗਏ ਨੇ, ਲੱਖਾਂ ਦਾ ਸਮਾਨ ਘਰੋਂ ਚਲਾ ਗਿਆ ਹੈ। ਪਰ ਇਹਨਾਂ ਦੇ ਵਿੱਚ ਰੱਤਾ ਭਰ ਵੀ ਨਾ ਮੋਹ ਹੈ ਉਹਦੇ ਬਾਰੇ ਕਿ ਇਵੇਂ ਦਾ ਨਾ ਹੀ ਵਿਕਾਰ ਹੈ। ਇਹਦਾ ਮਤਲਬ ਪਦਾਰਥਾਂ ਦੇ ਨਾਲ ਇਹਨਾਂ ਨੂੰ ਬਿਲਕੁਲ ਹੀ ਮੋਹ ਨਹੀਂ। ਦ੍ਰਿਸ਼ਟ ਅਗਾਰੇ ਜੋ ਨਹਿ ਪਾਈ, ਸੋ ਲੁੱਟ ਗਏ ਹਿਰਦੇ ਇਮ ਆਈ। ਬਸ ਜਿਹੜੀ ਸਾਹਮਣੇ ਅੱਖਾਂ ਦੀ ਚੀਜ਼ ਨਹੀਂ ਨਜ਼ਰ ਆਈ ਉਹ ਕਹਿ ਦਿੱਤਾ ਕਿ ਲੁੱਟੀ ਗਈ ਹੋਵੇਗੀ। ਇਹ ਨਹੀਂ ਕਿਹਾ ਕਿ ਲੁੱਟ ਕੇ ਲੈ ਗਏ। ਅੱਡੇ ਨਜ਼ਰ ਨਹੀਂ ਆਏ, ਬਾਜ ਦਿੰਦੇ ਬੈਠਦੇ ਨੇ, ਬਸ ਉਹ ਡੋਰਾ ਨੇ। ਉਹ ਨਜ਼ਰ ਨਹੀਂ ਆਏ ਤਾਂ ਉਹ ਕਹਿ ਦਿੱਤਾ ਕਿ ਉਹ ਲੁੱਟੀ ਗਈ ਹੋਵੇਗੀ, ਉਹ ਲੈ ਗਏ ਹੋਣੇ। ਅਪਰ ਵਸਤ ਕੇ ਸੁਧ ਨਹਿ ਜਾਨੀ, ਬ੍ਰਿਤ ਸਮਾਨ ਮਹਿਦ ਬ੍ਰਹਮ ਗਿਆਨੀ। ਕਿ ਬਾਕੀ ਚੀਜ਼ਾਂ ਦੇ ਵੱਲੇ ਬਿਲਕੁਲ ਇਹਨਾਂ ਦੀ ਦ੍ਰਿਸ਼ਟੀ ਗਈ ਨਹੀਂ। ਸੇਵਕਾਂ ਨੇ ਦੱਸਿਆ ਤਾਂ ਹੋਏਗਾ। ਅਸਲ ਵਿੱਚ ਸੂਬੇਦਾਰ ਮਨ ਵਿੱਚ ਹੈਰਾਨ ਹੋ ਰਿਹਾ ਕਿ ਅੱਜ ਤੱਕ ਬ੍ਰਹਮ ਗਿਆਨੀਆਂ ਦੇ ਬਾਰੇ ਸੁਣਿਆ ਬੜਾ ਸੀ, ਪਰ ਅੱਜ ਸੱਚਮੁੱਚ ਇੱਕ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਗਏ ਨੇ। ਮਹਿਮਾ ਮਹਾਜਾਨ ਕਰ ਖਾਨ, ਬੰਦ ਪਾਨ ਜੁਗ ਕਰਤ ਬਖਾਨ। ਇਹ ਖਾਨ ਸੂਬੇਦਾਰ ਪਹਿਲੋਂ ਵੀ ਬੜੀ ਸ਼ਰਧਾ ਰੱਖਦਾ ਸੀ, ਔਰ ਅੱਜ ਦਰਸ਼ਨ ਕਰਕੇ ਮਹਿਮਾ ਨੂੰ ਜਾਣ ਕੇ ਉਹ ਜਿਹੜਾ ਅੰਦਰ ਸਤਿਕਾਰ ਸੀ ਹੋਰ ਜ਼ਿਆਦਾ ਵੱਧ ਗਿਆ। ਹੱਥ ਜੋੜ ਕੇ ਪਠਾਨ ਨੇ ਫਿਰ ਬੇਨਤੀ ਕੀਤੀ, ਕਿਰਪਾ ਠਾਨ ਮੁਝ ਸਾਥ ਚਲੀਜੈ, ਲਾਭਪੁਰ ਕੇਤਿਕ ਦਿਵਸ ਬਸੀਜੈ। ਹੁਣ ਇਹ ਸੂਬੇਦਾਰ ਨੂੰ ਪਤਾ ਸੀ ਕਿ ਇਹਨਾਂ ਨੇ ਕੁਝ ਨਹੀਂ ਦੱਸਣਾ, ਕਿਉਂਕਿ ਸੂਬੇਦਾਰ ਨੇ ਪਹਿਲੋਂ ਕਹਿ ਦਿੱਤਾ ਦੱਸੋ ਕਿਹੜੀਆਂ ਚੀਜ਼ਾਂ ਕਹੀਆਂ ਨੇ, ਨਾਲੇ ਸਜ਼ਾਵਾਂ ਵੀ ਦੇਣਗੇ। ਔਰ ਜਿਹੜਾ ਬ੍ਰਹਮ ਗਿਆਨੀ ਹੋਵੇ ਕਿਸੇ ਨੂੰ ਸਜ਼ਾ ਦੇਣੀ ਨਹੀਂ ਦਿੰਦਾ, ਭਾਵੇਂ ਚੋਰ ਵੀ ਹੋਵੇ। ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਈ ਜੀ ਕਿਰਪਾ ਕਰੋ, ਤੁਸੀਂ ਕੁਝ ਦਿਨ ਲਾਹੌਰ ਚੱਲੋ, ਮੇਰੇ ਘਰ ਦੇ ਵਿੱਚ ਰਹੋ, ਮੈਂ ਆਪਣੇ ਹੱਥੀਂ ਆਪ ਜੀ ਦੀ ਸੇਵਾ ਕਰਨੀ ਚਾਹੁੰਦਾ। ਜਬ ਇੱਛਾ ਪੁਨ ਹੋਏ ਹਟਿਆਵੋ, ਕਦਮੇ ਆਪਣੇ ਮੁਝ ਕਰ ਪਾਵੋ। ਤੇ ਦਿਨਾਂ ਦੀ ਤੁਹਾਡੀ ਮਰਜ਼ੀ ਹੈ, ਜਦੋਂ ਤੁਹਾਡਾ ਚਿੱਤ ਕਰੇ, ਭਾਵੇਂ 1 ਦਿਨ 2 ਦਿਨ ਹਫ਼ਤਾ 10 ਦਿਨ ਜਿੰਨੇ ਦਿਨ ਤੁਸੀਂ ਰਹੋ, ਜਦੋਂ ਤੱਕ ਤੁਹਾਡਾ ਚਿੱਤ ਕਰੇ, ਜਦੋਂ ਵਾਪਸ ਆਉਣਾ ਹੋਇਆ ਵਾਪਸ ਆ ਜਾਓ, ਇੱਕ ਵਾਰੀ ਮੇਰੇ ਘਰ ਵਿੱਚ ਚਰਨ ਪਾਓ। ਇਤਿਆਦਿਕ ਬਹੁ ਬਿਨੈ ਉਚਾਰ, ਲੈ ਸੰਗ ਚੱਲਿਓ ਹੋਏ ਅਸਵਾਰ। ਔਰ ਭਾਈ ਸਾਹਿਬ ਜੀ ਇੱਕੋ ਵਾਰੀ ਬੇਨਤੀ ਕਰਨ ਤੇ ਨਹੀਂ ਮੰਨੇ। ਕਹਿੰਦੇ ਇਸ ਸੂਬੇਦਾਰ ਨੇ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇੱਕ ਵਾਰੀ ਚੱਲੋ ਤੇ ਸਹੀ, ਨਹੀਂ ਜ਼ਿਆਦਾ ਦਿਨ ਰੁਕਣਾ, 1 ਦਿਨ ਹੀ ਰੁਕ ਜਿਓ, 2 ਦਿਨ ਹੀ ਰੁਕ ਜਿਓ। ਤੇ ਜਦੋਂ ਬਾਰ-ਬਾਰ ਬੇਨਤੀ ਕੀਤੀ, ਭਾਈ ਜੀ ਤਿਆਰ ਹੋ ਗਏ। ਇਹ ਸੂਬੇਦਾਰ ਭਾਈ ਰਾਮ ਕੌਰ ਨੂੰ ਆਪਣੇ ਨਾਲ ਲੈ ਕੇ ਸਵਾਰ ਹੋ ਗਿਆ। ਬਿਨ ਲਗਾਮ ਅਸ ਬਲੀ ਪਰ ਰਾਮ ਕੌਰ ਆਰੂੜ। ਹੁਣ ਜਦੋਂ ਲਾਹੌਰ ਨੂੰ ਚੱਲੇ ਨੇ, ਸਾਰੇ ਘੋੜਿਆਂ ਤੇ ਸਵਾਰ ਹੋਏ। ਭਾਈ ਰਾਮ ਕੌਰ ਵੀ ਘੋੜੇ ਤੇ ਸਵਾਰ ਹੋਏ। ਤੇ ਭਾਈ ਰਾਮ ਕੌਰ ਦਾ ਘੋੜਾ ਜਿਹੜਾ ਸੀ ਆਮ ਘੋੜਾ ਤੇ ਵਜਨ ਨਹੀਂ ਸੀ ਚੁੱਕਦਾ, ਕਾਬਲੇ ਤੇ ਚੰਗਾ ਤਗੜਾ ਘੋੜਾ ਰੱਖਦੇ ਸਨ। ਔਰ ਇੱਕ ਨਹੀਂ, ਜਦੋਂ ਕਿਤੇ ਦੂਰ ਜਾਣਾ 3-4 ਘੋੜੇ ਨਾਲ ਹੀ ਹੁੰਦੇ ਸਨ ਕਿ 5-4 ਕਿਲੋਮੀਟਰ ਤੋਂ ਵੱਧ ਇਹ ਘੋੜਾ ਜਿਹੜਾ ਵਜਨ ਨਹੀਂ ਸੀ ਚੁੱਕ ਸਕਦਾ। ਭਲੇ ਘੋੜਾ ਹੈ। ਤੇ ਭਾਈ ਰਾਮ ਕੌਰ ਜੀ ਉਸ ਘੋੜੇ ਤੇ ਸਵਾਰ ਹੋਏ, ਤੇ ਸਵਾਰ ਹੋਣ ਦਾ ਤਰੀਕਾ ਵੀ ਹੋਰ। ਔਰ ਵੱਡੀ ਗੱਲ ਇਹ ਸੀ ਕਿ ਉਸ ਘੋੜੀ ਦੇ ਮੂੰਹ ਦੇ ਵਿੱਚ ਲਗਾਮ ਵੀ ਨਹੀਂ ਸੀ। ਔਰ ਬੇਲਗਾਮ ਘੋੜੀ ਜਿਹੜੀ ਹੋ ਕੇ ਕੁਛ ਕਰਦੀ ਹੈ, ਉਸ ਘੋੜੀ ਤੇ ਸਵਾਰ ਹੋਏ ਨੇ। ਇੱਕ ਦਿਸਕਾਰ ਦੋਨੋਂ ਚਰਨ, ਬੈਠਿਓ ਜਿਸ ਮਤ ਗੂੜ। ਤੇ ਸਵਾਰ ਵੀ ਕਿਵੇਂ ਹੋਏ?
ਹੁਣ ਘੋੜੀ ਤੇ ਸਵਾਰੀ ਆਪ ਜੀ ਜਾਣਦੇ ਹੋ, ਕੋਈ ਬੰਦਾ ਬੈਠਦਾ ਇੱਕ ਪੈਰ ਇੱਧਰ ਤੇ ਇੱਕ ਇੱਧਰ ਹੁੰਦਾ ਹੈ, ਪਰ ਭਾਈ ਰਾਮ ਕੌਰ ਜੀ ਇਵੇਂ ਬੈਠ ਗਏ ਜਿਵੇਂ ਆਮ ਤੌਰ 'ਤੇ ਬੀਬੀਆਂ ਬੈਠਦੀਆਂ ਨੇ ਪਿੱਛੇ ਸਕੂਟਰ ਮੋਟਰਸਾਈਕਲ ਤੇ ਇੱਕ ਪਾਸੇ ਲੱਤਾਂ ਕਰਕੇ। ਭਾਈ ਰਾਮ ਕੌਰ ਨੇ ਦੋਵੇਂ ਚਰਨ ਇੱਕੋ ਪਾਸੇ ਕੀਤੇ ਨੇ, ਔਰ ਬੈਠਣ ਲੱਗਿਆ ਕਦੇ ਨਹੀਂ ਸੀ ਵਿਚਾਰਦੇ ਕਿ ਸੱਜੇ ਪਾਸੇ ਨੂੰ ਚਰਨ ਕਰਕੇ ਬੈਠਣਾ ਕਿ ਖੱਬੇ ਨੂੰ। ਜਿਵੇਂ ਮੌਜ ਹੁੰਦੀ ਕਦੇ ਖੱਬੇ ਪਾਸੇ ਕਰਕੇ ਬੈਠ ਜਾਂਦੇ, ਕਦੇ ਸੱਜੇ ਪਾਸੇ। ਦੋਵੇਂ ਚਰਨ ਇੱਕੋ ਪਾਸੇ ਕੀਤੇ, ਘੋੜੀ ਦੇ ਮੂੰਹ ਦੇ ਵਿੱਚ ਲਗਾਮ ਵੀ ਨਹੀਂ। ਦੇਖ ਤੁਰਕ ਗਨ ਬਿਸਮੈ ਭਏ, ਇੱਕ ਦਿਸ ਚਰਨ ਅਡੋਲ ਗਤ ਲਏ। ਤੁਰਕ ਸਾਰੇ ਵੇਖ ਕੇ ਬੜੇ ਹੈਰਾਨ, ਸੂਬੇਦਾਰ ਉਹਦੇ ਹੈਰਾਨਗੀ ਦਾ ਟਿਕਾਣਾ ਹੀ ਨਹੀਂ ਕਿ ਭਾਈ ਸਾਹਿਬ ਜੀ ਸਵਾਰ ਵੀ ਹੋਏ ਨੇ ਤੇ ਇੱਕੋ ਪਾਸੇ ਦੋਵੇਂ ਚਰਨ ਕਰਕੇ ਬੈਠ ਗਏ ਨੇ। ਰਾਮਾ ਦਾਸ ਸਾਥ ਤਬ ਖਾਨ, ਬੂਝਣ ਲਾਗਿਓ ਮਨ ਹੈਰਾਨ। ਤੇ ਭਾਈ ਰਾਮਾ, ਇਹ ਕੱਲ੍ਹ ਦੇ ਪ੍ਰਸੰਗ ਵਿੱਚ ਵੀ ਆਇਆ ਸੀ ਕਿ ਭਾਈ ਰਾਮ ਕੌਰ ਦਾ ਸਭ ਤੋਂ ਨਜ਼ਦੀਕੀ ਸੇਵਕ ਹੈ ਜਿਹੜਾ ਲੰਗਰ ਪਾਣੀ ਛਕਾਉਂਦਾ ਹੈ, ਇਹ ਨਾਲ ਸੀ। ਉਹ ਸੂਬੇਦਾਰ ਨੇ ਭਾਈ ਰਾਮੇ ਤੋਂ ਪੁੱਛ ਲਿਆ, ਔਰ ਬੜਾ ਹੈਰਾਨ ਹੋ ਕੇ ਪੁੱਛਦਾ ਹੈ, ਕਿਮ ਅਰੂੜ ਇਹ ਭਏ ਤੁਰੰਗ, ਗਿਰ ਨਾ ਪਰੇ ਹੋਏ ਪੰਗ ਨਾ ਅੰਗ। ਕਹਿੰਦੇ ਭਾਈ ਇਹ ਘੋੜੀ ਤੇ ਕਿਵੇਂ ਸਵਾਰ ਹੋ ਕੇ ਬੈਠ ਗਏ ਨੇ? ਇਹ ਕਦੇ ਘੋੜੀ ਤੇ ਚੜ੍ਹੇ ਨੇ ਕਿ ਨਹੀਂ? ਇੱਕੋ ਪਾਸੇ ਚਰਨ ਕੀਤੇ ਨੇ, ਕਿਤੇ ਡਿੱਗ ਨਾ ਜਾਣ। ਔਰ ਘੋੜੀ ਵੀ ਬੜੀ ਫੁਰਤੀਲੀ, ਬੜੀ ਤਗੜੀ ਲੱਗਦੀ ਹੈ, ਕੋਈ ਅੰਗ ਲੱਤ ਬਾਂਹ ਨਾ ਟੁੱਟ ਜੇ, ਸਰੀਰ ਵੀ ਵਜਨ ਵੀ ਜ਼ਿਆਦਾ ਹੈ। ਨਹਿ ਲਗਾਮ ਮੁਖ ਦੇਨ ਸੇ ਆਹੂ, ਦਿਖਤ ਭਲੇ ਮਹਾ ਇਹ ਬਾਹੂ। ਤੇ ਦੂਜੀ ਗੱਲ, ਇਹ ਲਗਾਮ ਵੀ ਕੋਈ ਨਹੀਂ ਘੋੜੀ ਦੇ ਮੂੰਹ ਦੇ ਵਿੱਚ, ਇਹ ਬੜੀ ਵੀ ਬੜੀ ਦਿਸਦੀ ਹੈ, ਫੁਰਤੀਲੀ ਵੀ ਬੜੀ ਹੈ। ਹੁਣ ਘੋੜੀ ਉਦੋਂ ਦੀ ਸਵਾਰੀ ਸੀ ਨਾ ਜੀ, ਤੇ ਇਹਨਾਂ ਕੁਝ ਆਪਾਂ ਸਾਰਿਆਂ ਨੂੰ ਪਤਾ, ਘੋੜੀ ਦੀ ਜਿਹੜੀ ਲਗਾਮ ਹੈ ਉਹ ਹੀ ਘੋੜੀ ਦੀ ਰੇਸ ਹੈ, ਕੋਈ ਬ੍ਰੇਕ ਹੈ। ਘੋੜੀ ਲਗਾਮ ਖਿੱਚੇ ਚੱਲਣੀ ਤੇ ਲਗਾਮ ਖਿੱਚ ਕੇ ਰੁਕਣੀ ਹੈ, ਪਰ ਮੂੰਹ ਦੇ ਵਿੱਚ ਲਗਾਮ ਵੀ ਕੋਈ ਨਹੀਂ, ਚੱਲੇਗੀ ਕਿਵੇਂ? ਤਬ ਰਾਮੇ ਨੇ ਸਗਲ ਬਤਾਏ, ਇਹ ਨੇ ਤੇ ਐਸੇ ਕਰਤ ਚੜ੍ਹਾਈ। ਉਦੋਂ ਭਾਈ ਰਾਮਾ ਜੀ ਕਹਿੰਦੇ ਨੇ ਕਿ ਸੂਬੇਦਾਰ ਜੀ ਬਸ ਇਹਦੇ ਇਵੇਂ ਰੋਜ਼ ਚੜ੍ਹਦੇ ਨੇ, ਇਹ ਲਗਾਮ ਲੁਗਮ ਕੋਈ ਨਹੀਂ ਪਾਉਂਦੇ, ਤਾਂ ਬਹਿੰਦੇ ਵੀ ਇਸੇ ਤਰ੍ਹਾਂ ਹੀ ਨੇ। ਅੱਜ ਤੇ ਫਿਰ ਵੀ ਪੈਰ ਸੱਜੇ ਪਾਸੇ ਨੂੰ ਕੀਤੇ ਨੇ, ਇਹਨਾਂ ਦੇ ਚਿੱਤ ਵਿੱਚ ਆਏ ਤੇ ਖੱਬੇ ਪਾਸੇ ਨੂੰ ਕਰਕੇ ਵੀ ਬੈਠ ਜਾਂਦੇ ਨੇ। ਬਿਨਾ ਲਗਾਮ ਭਜਾਵੇਂ ਘੋਰਾ, ਕਰੇ ਅਖੇਰ ਬ੍ਰਿਤ ਚਹੂ ਔਰਾ। ਤੇ ਕੇਵਲ ਮਾੜੀ ਮੋਟੀ ਸਵਾਰੀ ਨਹੀਂ ਕਰਦੇ, ਇਸੇ ਤਰ੍ਹਾਂ ਬੈਠਦੇ ਨੇ, ਬਿਨਾਂ ਲਗਾਮ ਤੋਂ ਜਾਂਦੇ ਨੇ, ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਵੀ ਖੇਡਦੇ ਨੇ। ਔਰ ਸ਼ਿਕਾਰ ਖੇਡਣ ਉੱਡ ਗਿਆ ਤੇ ਘੋੜੇ ਨੂੰ ਫਿਰ ਭਜਾਉਣਾ ਵੀ ਪੈਂਦਾ, ਇੱਕਦਮ ਰੋਕਣਾ ਵੀ ਪੈਂਦਾ ਹੈ। ਪਰ ਕਹਿੰਦੇ ਇਸੇ ਤਰ੍ਹਾਂ ਘੋੜਾ ਭਜਾਉਂਦੇ ਵੀ ਬੜਾ ਜੇ, ਸ਼ਿਕਾਰ ਵੀ ਖੇਡ ਲੈਂਦੇ ਨੇ। ਦੋਏ ਦਿਸ ਜਾਂਗ ਕਬਹਿ ਲਟਕੰਤੇ, ਨਾਹੇ ਤਾਂ ਇੱਕ ਦਿਸ ਚਰਨ ਕਰਨ ਤੇ। ਭਾਈ ਰਾਮਾ ਜੀ ਕਹਿੰਦੇ ਨੇ ਕਦੇ ਕਦੇ ਇਹਨਾਂ ਦੇ ਚਿੱਤ ਵਿੱਚ ਆਵੇ ਨਾ, ਤੇ ਜਿਵੇਂ ਸਵਾਰੀ ਤੁਸੀਂ ਕੀਤੀ ਅਸੀਂ ਕੀਤੀ ਹੈ, ਉਹ ਕਦੇ ਕਦੇ ਚਰਨ ਇੱਕ ਇੱਧਰ ਤੇ ਇੱਕ ਇੱਧਰ ਦੋਨਾਂ ਪਾਸੇ ਕਰਕੇ ਬੈਠ ਜਾਂਦੇ ਨੇ। ਨਹੀਂ ਤਾਂ ਇੱਕ ਦਿਸ ਚਰਨ ਕਰਨ ਤੇ, ਨਹੀਂ ਤੇ ਜ਼ਿਆਦਾ ਤੌਰ ਤੇ ਇੱਕੋ ਪਾਸੇ ਦੋਵੇਂ ਚਰਨ ਕਰਕੇ ਬੈਠ ਜਾਂਦੇ ਨੇ। ਔਰ ਜਿਹੜੇ ਘੋੜੀ ਦੀ ਲਗਾਮ ਉਹ ਤਾਂ ਕਦੇ ਵੀ ਨਹੀਂ ਪਾਉਂਦੇ। ਬਿਸਮੇ ਖਾਨ ਬਾਤ ਸੁਣ ਕਰਕੇ, ਔਰ ਮੈਂ ਸੰਸੈ ਰਹਿਓ ਵਿਚਰ ਕੇ। ਇਹ ਸੁਣ ਕੇ ਜਿਹੜਾ ਖਾਨ ਹੈ ਉਹ ਹੈਰਾਨ ਬੜਾ ਹੋਇਆ ਗੱਲਾਂ ਸੁਣ ਕੇ, ਕਿ ਘੋੜੀ ਇੰਨੀ ਫੁਰਤੀਲੀ ਹੋਵੇ। ਚਲੋ ਇੱਕ ਪਾਸੇ ਲੱਤਾਂ ਕਰਕੇ ਤੇ ਬੈਠ ਗਏ, ਵੈਸੇ ਤਾਂ ਇੱਕ ਪਾਸੇ ਲੱਤਾਂ ਕਰਕੇ ਘੋੜੀ ਤੇ ਬੈਠੀ ਜਿਵੇਂ ਚੱਲਦੀ ਹੈ, ਉਹ 10 ਕਦਮ ਚੱਲਣ ਨਹੀਂ ਦਿੰਦੀ, ਉਸੇ ਵੇਲੇ ਥੱਲੇ ਸੁੱਟੇਗੀ। ਜੇ ਬੈਠ ਵੀ ਜਾਏ ਤਾਂ ਉਹ ਵੀ ਬਿਨਾਂ ਲਗਾਮ ਤੋਂ। ਇਹ ਸੁਣ ਕੇ ਹੈਰਾਨ ਵੀ ਹੋਇਆ, ਤੇ ਇਸ ਸੂਬੇਦਾਰ ਦੇ ਮਨ ਵਿੱਚ ਇੱਕ ਸ਼ੰਕਾ ਵੀ ਰਹਿ ਗਿਆ ਕਿ ਕਿਵੇਂ ਹੋ ਸਕਦਾ ਹੈ। ਤਿਵੇਂ ਹੀ ਚੜੇ ਆਏ ਲਵਪੁਰ ਮੈਂ, ਡੇਰਾ ਦੇਨਸ ਸੁੰਦਰ ਘਰ ਮੈਂ।
कहते भाई राम कुंवर जी उस तरह ही एक पासे चरण किते घोड़ी तो बैठे रमदास पिंड तो चले लाहौर तक उस तरह गए। लाहौर दे विच सूबेदार ने कहते सब तो सोहने घर दे विच डेरा करवाया। तो घर शब्द आप जी समझते हो ना जी, आपा शब्द वरतने कमरा, सब तो सोहना कमरा। उस घर दे विच जिहड़ा सब तो उच्ची ते ठंडी थां ते है सोहना है, उत्थे जाके डेरा करवाया। सर्व भांत के सेव कराए, लूटे वस्तु जो सब फिरवाए। इस सूबेदार ने सेवादार ला दिते, हर तरीके दे नाल भाई राम कुंवर दी सेवा करवाई ते यतन किया जिन्नियां चीज़ां लुट के लियाए ने वो तो घट्टो घट सारियां वापस हो। जह जह गए सही कर सारे, लई मंगाए खान बन भारी। क्योंकि सूबेदार सी, तुर्क सैना दे विच खबर भी फैलाई कि जेड़े जेड़े लुट के लियाए ने तुहानूं पता ही है वापस करो। और फिर जेड़े नाल भाई राम कुंवर दे सेवादार सन उन्हां तों निशानियां भी चंगी तरह करवाइयां कि चीज़ां पछाणो, कोई रह ना जाए। वो गावां मझां घोड़े घोड़ियां वड्डे वड्डे देगे सारे दे सारे कहते बल दे नाल ताकत दे नाल सूबे ने वापस मंगवाए। ग्राम विखै सो दही पुचाए, अपराधन को दही सजाए। कहते वो सारिया चीज़ां इकट्ठियां करके इस सूबेदार ने पिंड रमदास भाई राम कुंवर दे घर पहुँचा दी। और जिहड़े लुटन गए सन उन्होंने पछाण करके उन्होंने सजावां भी दित्तियां। हुण भाई राम कुंवर जी कुछ दिन लाहौर दे विच ने, इत्थे जिवें सूबेदार ने सेवा तो करता ही है, पर वो घोड़ी बार बार अगे आउंदी कि घोड़ी नूं लगाम नहीं पाउंदे, एक पासे चरण करके बैठते ने, किवें हो सकता है। ये संसा मन दे विच हजे भी है। ये संसा दूर करने लई कह लईए, परख करने वास्ते इहने कुछ यतन भी करने ने। वो आपां रहिंदा प्रसंग कल विचारांगे। होईयां भुल्लां दी खिमा। आओ एक दो मिनट होर रसना दे नाल हाज़री लवाइए, फिर समाप्ति है जी। वाहेगुरु 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 वाहेगुरु। वाहेगुरु 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 वाहेगुरु।